ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਅਮਰੀਕਨ ਇਮੀਗ੍ਰੇਸ਼ਨ, ਜਿੱਥੇ ਅਸੀਂ ਇਹਦੇ 'ਚ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਉੱਥੇ ਨਾਲ ਹੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਇੰਪੋਰਟੈਂਟ ਜਿਹੜੀ ਖਬਰ ਆ ਉਹ ਕੁਝ US ਸੁਪਰੀਮ ਕੋਰਟ ਦੇ ਡਿਸੀਜਨ ਆਏ ਨੇ, ਉਹਨਾਂ ਬਾਰੇ ਗੱਲ ਕਰਨੀ ਬਣਦੀ ਆ। ਸਾਰਿਆਂ ਤੋਂ ਇੰਪੋਰਟੈਂਟ ਡਿਸੀਜਨ ਜਿਹੜਾ US ਸੁਪਰੀਮ ਕੋਰਟ ਦਾ ਹੈਗਾ ਉਹ ਹੈਗਾ ਅਫਰਮੇਟਿਵ ਐਕਸ਼ਨ ਤੇ ਕੇਸ ਹੈਗਾ SFFA v ਹਾਰਵਰਡ and SFFA v University of North Carolina. So on June 29th, the US Supreme Court issued a ruling in SFFA versus Harvard and SSFFA versus UNC and found that Harvard and University of North Carolina's affirmative action programs violate the Equal Protection Clause of the 14th Amendment of the US Constitution. This devastating decision overrules 45 years of precedent established in the prior Supreme Court decision, including Regents of University of California versus Bakke and Grutter versus Bollinger. US ਸੁਪਰੀਮ ਕੋਰਟ ਨੇ ਇੱਕ ਬੜਾ ਇੰਪੋਰਟੈਂਟ ਡਿਸੀਜਨ ਦਿੱਤਾ। ਜਿਹੜਾ ਕੇਸ ਹੈ ਇਹ ਜਿਹੜਾ ਇਹਨੂੰ ਅਫਰਮੇਟਿਵ ਐਕਸ਼ਨ ਦੇ ਕੰਸਰਨਿੰਗ ਕੇਸ ਕਹਿੰਦੇ ਆ। ਜਿਹੜਾ ਡਿਸੀਜਨ ਹੈ ਜੂਨ 29 ਨੂੰ ਆਇਆ ਤੇ ਕੇਸ ਦਾ ਨਾਮ ਹੈਗਾ ਸਟੂਡੈਂਟਸ ਫॉर ਫੇਅਰ ਐਡਮਿਸ਼ਨਸ SFFA ਵਰਸਸ ਹਾਰਵਰਡ ਐਂਡ ਸਟੂਡੈਂਟਸ ਫॉर ਫੇਅਰ ਐਡਮਿਸ਼ਨਸ SFFA ਵਰਸਸ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ। ਹੁਣ ਜਿਹੜੀ ਐਡਮਿਸ਼ਨ ਦੀ ਪਾਲਿਸੀ ਸੀਗੀਆਂ ਹਾਰਵਰਡ ਤੇ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ ਦੇ ਵਿੱਚ, ਉਹਦੇ 'ਚ ਰੇਸ ਦੀ ਬੇਸ ਤੇ ਜਿਹੜੀ ਆ ਉਹ ਐਡਮਿਸ਼ਨ ਦਿੱਤੀ ਜਾਂਦੀ ਸੀ ਉਮੀਦਵਾਰਾਂ ਨੂੰ ਜਿਹੜੇ ਨਹੀਂ ਵੀ ਕੁਆਲੀਫਾਈ ਕਰਦੇ ਸੀ, ਜਿਵੇਂ ਆਪਣਾ ਕੋਟਾ ਹੁੰਦਾ ਜਾਂ ਜਿਸ ਤਰ੍ਹਾਂ ਕਹਿ ਲਓ ਮਤਲਬ ਕਈਆਂ ਨੂੰ ਜਿਹੜਾ ਹੈਗਾ ਉਹ ਸਰਟਨ ਜਿਹੜੇ ਹੈਗੇ ਆ ਉਹ ਸੀਟਾਂ ਰੱਖੀਆਂ ਜਾਂਦੀਆਂ ਨੇ ਵੀ ਜਿਹੜੇ ਬੰਦੇ ਓਪਨ ਦੇ ਵਿੱਚ ਨਹੀਂ ਵੀ ਆ ਸਕਦੇ ਇੰਨੇ ਕੰਪੀਟੀਸ਼ਨ ਦੇ ਵਿੱਚ, ਤੇ ਉਹ ਰੇਸ ਦੇ ਆਧਾਰ ਤੇ ਜੇ ਉਹਨਾਂ ਦੇ ਨੰਬਰ ਘੱਟ ਆਇਆ ਜਾਂ ਘੱਟ ਉਹਨਾਂ ਦੀ ਜਿਹੜੀ ਹੈਗੀ ਆ ਉਹ ਉਸ ਕਿਸਮ ਦੀ ਕੁਆਲੀਫਿਕੇਸ਼ਨ ਨਾਲ ਉਹਨਾਂ ਨੂੰ ਐਡਮਿਸ਼ਨ ਮਿਲ ਜਾਂਦੀ ਆ ਜਿਹੜੇ ਓਪਨ 'ਚ ਕੁਆਲੀਫਾਈ ਨਹੀਂ ਕਰ ਸਕਦੇ। ਤੇ ਇਹ ਜਿਹੜਾ ਪ੍ਰੋਗਰਾਮ ਸੀ ਇਹ ਬਹੁਤ ਪੁਰਾਣਾ ਚੱਲ ਰਿਹਾ ਸੀ ਇਹਨਾਂ ਕਾਲਜਾਂ ਦੇ ਵਿੱਚ, ਤੇ ਇਹਨੂੰ ਪਹਿਲਾਂ ਜਿਹੜੇ ਪ੍ਰਾਇਰ ਸੁਪਰੀਮ ਕੋਰਟ ਦੇ ਡਿਸੀਜਨ ਨੇ ਉਹਨਾਂ ਨੇ ਅਪ ਹੋਲਡ ਵੀ ਕੀਤਾ ਸੀ, ਪਹਿਲਾਂ ਵੀ ਚੈਲੰਜ ਹੋਇਆ 45 ਸਾਲ ਪਹਿਲਾਂ। ਤੇ ਉਹ ਜਿਹੜੇ ਕੇਸ ਨੇ ਉਹ ਸੀਗੇ ਰੀਜੈਂਟਸ ਆਫ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਸਸ ਬਾਕੇ ਤੇ ਗ੍ਰਟਰ ਵਰਸਸ ਬਲਿੰਜਰ। ਇਹ ਕੇਸ ਦੀਆਂ ਸੁਪਰੀਮ ਕੋਰਟ ਨੇ ਓਰਲ ਆਰਗੂਮੈਂਟ ਸੁਣੀਆਂ ਅਕਤੂਬਰ 31, 2022 ਨੂੰ, ਤੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਜਿਹੜਾ ਹੈਗਾ ਉਹ ਇਹ ਡਿਸੀਜਨ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਜਿਹੜੀ US ਕੌਂਸਟੀਟਿਊਸ਼ਨ ਦੀ 14th ਅਮੈਂਡਮੈਂਟ ਆ, ਜਿਹੜਾ ਈਕੁਅਲ ਪ੍ਰੋਟੈਕਸ਼ਨ ਕਲੌਜ਼ ਆ, ਉਹ ਇਹਦੀ ਇਜਾਜ਼ਤ ਨਹੀਂ ਦਿੰਦਾ ਕਿ ਯੂਨੀਵਰਸਿਟੀ ਜਿਹੜੀ ਆ ਉਹ ਰੇਸ ਦੇ ਆਧਾਰ ਤੇ ਸੀਟਾਂ ਜਿਹੜੀਆਂ ਰਾਖਵੀਆਂ ਰੱਖੇ। ਸੋ ਜਿਹੜੀ ਰੈਜ਼ਰਵੇਸ਼ਨ ਆ ਸੀਟਾਂ ਦੀ, ਜਿਹਨੂੰ ਆਪਾਂ ਰੈਜ਼ਰਵੇਸ਼ਨ ਕਹਿੰਦੇ ਆ, ਇੱਥੇ ਉਹਨੂੰ ਅਫਰਮੇਟਿਵ ਐਕਸ਼ਨ ਕਹਿੰਦੇ ਆ, ਤੇ ਉਹ ਜਿਹੜੀ ਰੈਜ਼ਰਵੇਸ਼ਨ ਹੈਗੀ ਆ ਜਾਂ ਸੀਟਾਂ ਕੁਛ ਜਿਹੜੀਆਂ ਹੈਗੀਆਂ ਡੈਜ਼ਿਗਨੇਟ ਕਰਨੀਆਂ ਕਿ ਰੇਸ ਦੇ ਆਧਾਰ ਦੇ ਉੱਤੇ ਕਿ ਆਹ ਸੀਟਾਂ ਫਲਾਣੀ ਰੇਸ ਨੂੰ ਮਿਲਣੀਆਂ ਚਾਹੀਦੀਆਂ, ਚਾਹੇ ਉਹ ਬੰਦੇ ਨਹੀਂ ਵੀ ਓਪਨ 'ਚ ਕੁਆਲੀਫਾਈ ਕਰਦੇ। ਉਹ US ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਅਮਰੀਕਾ ਦਾ ਕੌਂਸਟੀਟਿਊਸ਼ਨ ਆ, ਜਿਹੜਾ ਉਹਦਾ 14th ਅਮੈਂਡਮੈਂਟ ਹੈਗੀ ਆ ਈਕੁਅਲ ਪ੍ਰੋਟੈਕਸ਼ਨ ਕਲੌਜ਼, ਕਿ ਉਹ ਸਾਰਿਆਂ ਵਾਸਤੇ ਜਿਹੜੀ ਇਕੁਐਲਿਟੀ ਆ ਉਹਦੇ ਉਹ ਅਗੇਂਸਟ ਆ, ਤੇ ਇਸ ਕਰਕੇ ਉਹਨਾਂ ਨੇ ਉਹਨੂੰ ਸਟਕ ਡਾਊਨ ਕਰਤਾ। ਇਨ ਅਦਰ ਵਰਡਸ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਹੁਣ ਯੂਨੀਵਰਸਿਟੀਆਂ ਨੇ, ਕਾਲਜ ਨੇ, ਉਹ ਰੇਸ ਦੇ ਆਧਾਰ ਤੇ ਜਾਂ ਕਿਸੇ ਹੋਰ ਇਸ ਕਿਸਮ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹਦੇ ਆਧਾਰ ਤੇ ਕੋਈ ਵੀ ਸੀਟਾਂ ਜਿਹੜੀਆਂ ਰਾਖਵੀਆਂ ਨਹੀਂ ਰੱਖ ਸਕਦੇ। ਓਪਨ ਕੰਪੀਟੀਸ਼ਨ ਹੋਵੇ, ਸੋ ਜਿਹੜਾ ਵੀ ਕੁਆਲੀਫਾਈ ਕਰਦਾ, ਚਾਹੇ ਉਹ ਬੰਦੇ ਦੀ ਕੋਈ ਵੀ ਰੇਸ ਹੋਵੇ, ਕੋਈ ਵੀ ਧਰਮ ਹੋਵੇ, ਕਿਤੋਂ ਵੀ ਆਇਆ ਹੋਵੇ, ਉਹਨੂੰ ਐਡਮਿਸ਼ਨ ਮਿਲਣੀ ਚਾਹੀਦੀ ਆ। ਪਰ ਤੁਸੀਂ ਜਿਹੜੇ ਬੰਦਿਆਂ ਦੀ ਜਿਹੜੀ ਹੈਗੀ ਕੁਆਲੀਫਿਕੇਸ਼ਨ ਘੱਟ ਆ ਜਾਂ ਨੰਬਰ ਘੱਟ ਆ, ਉਹਨਾਂ ਨੂੰ ਸਿਰਫ ਇਸ ਆਧਾਰ ਤੇ ਸੀਟਾਂ ਨਹੀਂ ਦੇ ਸਕਦੇ ਕਿ ਇਹਨਾਂ ਦੀ ਰੇਸ ਇਹ ਹੈਗੀ ਆ ਤੇ ਇਸ ਕਰਕੇ ਇਹਨਾਂ ਨੂੰ ਦੇ ਰਹੇ ਆ। ਸੋ ਇਹ ਜਿਹੜਾ ਡਿਸੀਜਨ ਹੈ ਬੜਾ ਇੰਪੋਰਟੈਂਟ, ਤੇ ਇਹਨੂੰ ਉਹਨਾਂ ਨੇ ਇਹ ਦੋ ਜਿਹੜੀਆਂ ਯੂਨੀਵਰਸਿਟੀਆਂ ਨੇ ਹਾਰਵਰਡ ਤੇ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ, ਇਹਨਾਂ ਦੇ ਅਗੇਂਸਟ ਜਿਹੜੀ ਐਡਮਿਸ਼ਨ ਪਾਲਿਸੀ ਹੈ ਜਿਹਨੂੰ ਅਫਰਮੇਟਿਵ ਐਕਸ਼ਨ ਕਹਿੰਦੇ, ਉਹਦੇ ਅਗੇਂਸਟ ਫੈਸਲਾ ਕੀਤਾ। ਬੜਾ ਇੰਪੋਰਟੈਂਟ ਡਿਸੀਜਨ ਹੈ ਜਿਹੜਾ ਕਿ 45 ਸਾਲ ਦਾ ਸੁਪਰੀਮ ਕੋਰਟ ਦਾ ਆਪਣਾ ਹੀ ਰੂਲ ਜਿਹੜਾ ਉਹਨਾਂ ਦੀ ਰੂਲਿੰਗ ਸੀਗੀ ਉਹਨੂੰ ਇਹਨਾਂ ਨੇ ਓਵਰ ਰੂਲ ਕਰਤਾ। ਅਗਲਾ ਜਿਹੜਾ ਇੰਪੋਰਟੈਂਟ ਹੈਗਾ ਉਹ ਹੈਗਾ ਇੰਡੀਅਨ ਚਾਈਲਡ ਵੈਲਫੇਅਰ ਐਕਟ। US ਸੁਪਰੀਮ ਕੋਰਟ ਨੇ 15 ਜੂਨ ਨੂੰ ਰੂਲਿੰਗ ਇਸ਼ੂ ਕੀਤੀ ਤੇ ਕੇਸ ਦਾ ਨਾਮ ਹੈਗਾ ਹਾਲੈਂਡ ਵਰਸਸ ਬ੍ਰੈਕੀਨ। ਤੇ ਉਹਨਾਂ ਨੇ ਜਿਹੜਾ ਇੰਡੀਅਨ ਚਾਈਲਡ ਵੈਲਫੇਅਰ ਐਕਟ ਆ, ਇੰਡੀਅਨ ਮਤਲਬ ਆਪਣੇ ਇੰਡੀਅਨ ਨਹੀਂ ਜਿਹੜੇ ਇੰਡੀਆ ਤੋਂ ਆਏ ਆ, ਜਿਹੜੇ ਇੱਥੋਂ ਦੇ ਜਿਹੜੇ ਇੰਡੀਅਨਸ ਨੇ ਜਿਹਨੂੰ ਆਪਾਂ ਰੈੱਡ ਇੰਡੀਅਨਸ ਕਹਿੰਦੇ ਆ, ਉਹਨਾਂ ਵਾਸਤੇ ਜਿਹੜੇ ਕਾਨੂੰਨ ਬਣੇ ਨੇ, ਉਹ ਇੱਕ ਲਾਅ ਬਣਿਆ ਸੀ ਤੇ ਉਹਨਾਂ ਨੇ ਕਿਹਾ ਵੀ ਉਹ ਲਾਅ ਬਿਲਕੁਲ ਕੌਂਸਟੀਟਿਊਸ਼ਨਲ ਉਹਨਾਂ ਦੇ ਫੇਵਰ ਦੇ ਵਿੱਚ ਕੀਤਾ। ਦਾ ਓਪੀਨੀਅਨ ਅਪ ਹੋਲਡਸ ਦ ਕੌਂਸਟੀਟਿਊਸ਼ਨੈਲਿਟੀ ਆਫ ICWA, a 43-year-old federal law that protects the well-being and best interest of indigenous children and families and firms tribal sovereignty over native child welfare matters। ਜਿਹੜੇ ਇੱਥੋਂ ਦੇ ਨੇਟਿਵ ਇੰਡੀਅਨਸ ਜਿਹਨੂੰ ਆਪਾਂ ਰੈੱਡ ਇੰਡੀਅਨ ਵੀ ਕਹਿ ਦਿੰਦੇ ਆ, ਜਾਂ ਜਿਹੜੇ ਨੇਟਿਵ ਅਮਰੀਕਨਸ ਨੇ, ਉਹਨਾਂ ਦੇ ਜਿਹੜੀ ਪ੍ਰੋਟੈਕਸ਼ਨ ਵਾਸਤੇ ਲਾ ਬਣਿਆ ਸੀਗਾ, ਜਿਹੜਾ ਕਿ 43-year-old ਲਾਅ ਸੀ। ਇਹਨੂੰ US ਸੁਪਰੀਮ ਕੋਰਟ ਨੇ ਕਿਹਾ ਬਿਲਕੁਲ ਠੀਕ ਆ
ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਇਹ ਕਾਨੂੰਨ ਚਾਹੀਦਾ ਸੀਗਾ, ਤੇ ਉਹਨੂੰ ਉਹਨਾਂ ਨੇ ਅਪ ਹੋਲਡ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹ ਲਾ ਜਿਹੜਾ ਹੈਗਾ ਇਹ ਕੋਈ ਵੀ ਅਮਰੀਕਾ ਦਾ ਕਨਸਟੀਟਿਊਸ਼ਨ ਵਾਇਲੇਟ ਨਹੀਂ ਕਰਦਾ। ਸੋ ਇਹ ਦੋ ਇੰਪੋਰਟੈਂਟ ਜਿਹੜੀਆਂ ਡਿਸੀਜਨਸ ਨੇ ਇਹ US ਜਿਹੜੀਆਂ ਸੁਪਰੀਮ ਕੋਰਟ ਦੀਆਂ ਹੈਗੀਆਂ। ਇਹਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਆ ਕਿ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਆਪਣੀ ਇੱਥੇ ਡੇਟਾ ਵਗੈਰਾ ਸਿਟੀਜ਼ਨਸ਼ਿਪ ਦੀਆਂ ਹੋ ਰਹੀਆਂ, ਉਹਦੇ ਵਿੱਚ ਜਿਹੜਾ N648 ਫਾਰਮ ਆ ਉਹ ਲੈ ਕੇ ਉਹ ਜਾਰੀ ਆ ਸਿਲਸਿਲਾ ਮਤਲਬ ਸਿਟੀਜ਼ਨਸ਼ਿਪ ਲੈਣ ਦਾ। 4 ਕੇਸ ਆਪਣੇ ਪਾਸ ਹੋਏ ਜਿਹੜੇ ਬੰਦੇ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਉਹਨਾਂ ਦੇ N648 ਜਿਹੜੇ ਫਾਰਮ ਸੀ ਉਹਨਾਂ ਦੇ ਡਾਕਟਰ ਨੇ ਭਰੇ, ਫਿਜ਼ੀਸ਼ੀਅਨ ਨੇ, ਤੇ ਉਹਨੂੰ ਐਕਸੈਪਟ ਕੀਤਾ ਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਗਈ ਬਿਨਾਂ ਟੈਸਟ ਤੋਂ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਕਿ ਕੈਨੇਡਾ ਅਨਾਊਂਸਿਸ ਨਿਊ ਵਰਕ ਪਰਮਿਟਸ ਫॉर US H1B ਵੀਜ਼ਾ ਹੋਲਡਰਸ। ਕੈਨੇਡਾ ਨੇ ਇੱਕ ਓਪਨ ਵਰਕ ਪਰਮਿਟ ਜਿਹੜਾ ਹੈਗਾ ਉਹ ਸਕੀਮ ਸ਼ੁਰੂ ਕੀਤੀ ਹੈ, H1B ਵੀਜ਼ਾ ਜਿਨ੍ਹਾਂ ਕੋਲ ਅਮਰੀਕਾ ਦੇ ਵਿੱਚ ਹੈਗਾ, ਤੇ ਇਸ ਪ੍ਰੋਗਰਾਮ ਦੇ ਅੰਡਰ 10,000 ਅਮਰੀਕਨ ਜਿਹੜੇ ਹੈਗੇ ਆ ਉਹ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰ ਸਕਣਗੇ ਤੇ ਉਹਨਾਂ ਨੂੰ ਵਰਕ ਪਰਮਿਟ ਤੇ ਸਟੱਡੀ ਪਰਮਿਟ ਮਿਲਣਗੇ ਜੇ ਇੱਥੇ ਅਮਰੀਕਾ ਦੇ ਵਿੱਚੋਂ H1B ਵੀਜ਼ੇ ਤੇ ਨੇ। ਸੋ ਬੜੀ ਵੱਡੀ ਇੰਪੋਰਟੈਂਟ ਖਬਰ ਆ, ਖਾਸ ਕਰਕੇ ਉਹਨਾਂ ਲਈ ਜਿਹੜੇ H1B ਤੇ ਹੈਗੇ ਲੇਕਿਨ ਉਹਨਾਂ ਦਾ ਇੱਥੇ ਸਟੇਟਸ ਜਿਹੜਾ ਉਹ ਖਤਮ ਹੋ ਜਾ ਰਿਹਾ, ਜਾਂ ਲੇ ਆਫ ਹੋ ਗਏ, ਜਾਂ ਐਕਸਟੈਂਡ ਨਹੀਂ ਹੋ ਰਿਹਾ, ਜਾਂ ਉਹਨਾਂ ਦੀ ਜਿਹੜੀ ਜੌਬ ਛੁੱਟ ਗਈ ਆ, ਤਾਂ ਉਹ ਜਿਹੜਾ ਉਹਨਾਂ ਦਾ ਸਟੇਟਸ ਖਤਮ ਹੋਏਗਾ। ਉਹ ਜੇ ਕੈਨੇਡਾ ਜਾਣਾ ਚਾਹਣ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਦੀ ਬੇਸ ਤੇ ਵਰਕ ਪਰਮਿਟ ਮਿਲਣਗੇ। 10,000 ਜਿਹੜੇ ਵਰਕ ਪਰਮਿਟ ਸਾਲ ਦੇ ਉਹ ਅਨਾਊਂਸ ਕੈਨੇਡਾ ਨੇ ਜਿਹੜੇ ਕੀਤੇ ਆ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਕੈਲੀਫੋਰਨੀਆ ਨੇ ਇੱਕ ਨਵਾਂ ਲਾਅ ਪਾਸ ਕੀਤਾ ਕ੍ਰਿਮੀਨਲ ਰੈਕਡ ਦੇ ਸਬੰਧ ਦੇ ਵਿੱਚ। So California passed a law that will automatically seal most criminal records for those who complete their sentences and don't commit another crime for 4 years। ਬਹੁਤ ਹੀ ਇੰਪੋਰਟੈਂਟ ਲਾਅ। ਇਹਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਵਿੱਚ ਜੇ ਕਿਸੇ ਬੰਦੇ ਨੂੰ ਕੋਈ ਕ੍ਰਿਮੀਨਲ ਜਿਹੜੀ ਹੈਗੀ ਸਜ਼ਾ ਹੋਈ ਆ ਛੋਟੇ ਕੇਸਾਂ 'ਚ ਤੇ ਉਹਨੇ ਆਪਣੀ ਸਜ਼ਾ ਕੰਪਲੀਟ ਕਰ ਲਈ ਆ, ਪ੍ਰੋਬੇਸ਼ਨ ਖਤਮ ਹੋ ਗਈ ਆ, ਜੋ ਵੀ ਉਹਦੇ 'ਚ ਫਾਈਨ ਵਗੈਰਾ ਪੇ ਕਰਨਾ ਸੀ ਉਹ ਕਰਤੇ ਆ, ਜੇ 4 ਸਾਲ ਉਹ ਠੀਕ ਠਾਕ ਰਹੇ, ਕਿਸੇ ਹੋਰ ਕ੍ਰਾਈਮ 'ਚ ਨਾ ਫਸੇ, ਤਾਂ ਉਹ ਰੈਕਡ ਆਪਣੇ ਆਪ ਸੀਲ ਕਰ ਦਿੱਤਾ ਜਾਏਗਾ। ਸੋ ਇਹ ਅਮਰੀਕਾ ਦੀ ਪਹਿਲੀ ਸਟੇਟ ਆ ਕੈਲੀਫੋਰਨੀਆ ਜਿਹਨੇ ਕਿ ਇਸ ਕਿਸਮ ਦਾ ਇਹ ਲਾਅ ਬਣਾਇਆ। ਇਹ ਬੜਾ ਇੰਪੋਰਟੈਂਟ ਲਾਅ ਆ ਤੇ ਇਹਦੀ ਜਿਹੜੀ ਇਹ ਜੁਲਾਈ ਦੇ ਵਿੱਚ ਇਨਫੈਕਟ ਆ ਜਾਏਗਾ 2023 ਦੇ ਵਿੱਚ, ਕਿਉਂਕਿ ਗਵਰਨਰ ਨੇ ਸਾਈਨ ਕਰ ਦਿੱਤੇ ਇਹਦੇ ਤੇ ਇਹਦੇ 'ਚ ਬੇਸਿਕਲੀ ਇਹ ਆ ਵੀ ਜੇ ਕਿਸੇ ਬੰਦੇ ਨੇ ਕਿਸੇ ਕ੍ਰਿਮੀਨਲ ਰੈਕਡ ਕਿਸੇ ਦਾ ਆ ਜਾਂਦਾ ਉਹਨੂੰ ਗਾਂਹ ਵਾਸਤੇ ਫਿਰ ਜੌਬ ਲੈਣ ਦੇ ਵਿੱਚ ਜਾਂ ਐਡਮਿਸ਼ਨਾਂ ਲੈਣ 'ਚ ਪ੍ਰੋਬਲਮ ਆਉਂਦੀ ਹੈ, ਖਾਸ ਕਰਕੇ ਯੰਗ ਜਿਹੜੇ ਬੰਦੇ ਆ ਉਹਨਾਂ 'ਚ ਗਲਤੀ, ਜਿਵੇਂ ਕੋਈ ਡਰੰਕ ਡਰਾਈਵਿੰਗ ਦੇ ਕੇਸ ਫੜਿਆ ਗਿਆ ਜਾਂ ਕੋਈ ਜਿਹੜਾ ਹੈਗਾ ਉਹ ਬਾਹਰ ਕੋਈ ਜਿਹੜੀ ਹੈਗੀ ਸਮੋਕਿੰਗ ਵਗੈਰਾ ਕਰਦਾ, ਜਾਂ ਇੱਦਾਂ ਦੇ ਜਿਹੜੇ ਲੜਾਈ ਝਗੜੇ ਆ ਉਹਨਾਂ ਦੇ ਵਿੱਚ ਜੇ ਕੋਈ ਕ੍ਰਿਮੀਨਲ ਰੈਕਡ ਬਣ ਜਾਂਦਾ ਜਾਂ ਟ੍ਰੈਫਿਕ ਰਿਲੇਟਡ ਈਵੈਂਟਸ 'ਚ ਬਣ ਜਾਂਦਾ ਆ, ਉਹ ਬਹੁਤ ਦੇਰ ਰੈਕਡ ਤੇ ਰਹਿੰਦਾ ਤੇ ਬਾਅਦ 'ਚ ਉਹਨੂੰ ਐਕਸਪੰਜ ਕਰਾਉਣਾ ਪੈਂਦਾ। ਪਰ ਹੁਣ ਕੈਲੀਫੋਰਨੀਆ ਨੇ ਕਰਤਾ ਵੀ ਜੇ 4 ਸਾਲ ਜਿਹੜਾ ਤੁਹਾਡਾ ਉਹ ਰੈਕਡ ਸਹੀ ਰਹੂਗਾ ਉਸ ਤੋਂ ਬਾਅਦ ਤਾਂ ਉਹ ਆਪਣੇ ਆਪ ਹੀ ਐਕਸਪੰਜ ਕਰ ਦਿੱਤਾ ਜਾਊਗਾ। ਲੇਕਿਨ ਇਹਦੇ ਵਿੱਚ ਇੱਕ ਲਿਸਟ ਆਊਗੀ ਵੀ ਕਿਹੜੇ ਇਹਦੇ 'ਚ ਕ੍ਰਾਈਮ ਐਲੀਜੀਬਲ ਨੇ, ਸਾਰੇ ਕ੍ਰਾਈਮਾਂ ਲਈ ਨਹੀਂ ਹੈ ਇਹ। ਸੋ ਜਿਹੜੇ ਇਹਦੇ ਵਿੱਚ ਕ੍ਰਿਮੀਨਲ ਐਕਟ ਐਲੀਜੀਬਲ ਹੋਣਗੇ ਉਹਨਾਂ ਦਾ ਜੇ ਉਹ 4 ਸਾਲ ਠੀਕ ਠਾਕ ਰਹਿਣਗੇ ਤਾਂ ਰੈਕਡ 'ਚੋਂ ਨਿਕਲ ਜੂ। ਫਾਇਦਾ ਇਹ ਹੋ ਜਾਊਗਾ ਕਿ ਉਹਨਾਂ ਨੂੰ ਫਿਰ ਜੌਬ ਵਗੈਰਾ ਲੈਣ ਜਾਂ ਐਡਮਿਸ਼ਨ ਲੈਣ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਸਕਦਾ। ਹੁਣ ਆਈਏ ਆਪਾਂ ਜਿਹੜੀ ਬਾਰਡਰ ਦੀ ਸਿਚੁਏਸ਼ਨ, ਕਿਉਂਕਿ ਇਹਦੇ ਬਾਰੇ ਕਾਫੀ ਜਿਹੜੇ ਸਵਾਲ ਆਉਂਦੇ ਆ। ਬਾਰਡਰ ਦੀ ਸਿਚੁਏਸ਼ਨ ਉਹੀ ਹੈ ਜਿਹੜੀ ਪਿਛਲੇ ਹਫਤੇ ਸੀ। ਜਿਹੜੇ ਲੋਕ ਆਪਣੇ ਖਾਸ ਕਰਕੇ ਇੰਡੀਆ ਤੋਂ ਜਿਵੇਂ ਆਉਂਦੇ ਆ, ਪੰਜਾਬ, ਹਰਿਆਣਾ, ਉੱਤਰਾਖੰਡ ਵਗੈਰਾ ਤੋਂ, ਉਸੇ ਤਰ੍ਹਾਂ ਹੀ ਆ ਰਹੇ ਆ, ਉਹਨਾਂ ਨੂੰ ਐਂਟਰੀ ਮਿਲ ਰਹੀ ਆ। ਕਈਆਂ ਨੂੰ ਜਿਹੜਾ ਹੈਗਾ ਉਹ ਜਿਹੜੇ ਇਮੀਗ੍ਰੇਸ਼ਨ ਦੇ ਕੈਂਪ ਨੇ ਉੱਥੇ ਲੈ ਜਾਂਦੇ, ਉੱਥੇ ਬਿਆਨ ਵਗੈਰਾ ਹੁੰਦੇ, ਪਰ ਘੱਟ ਹੈ, ਜ਼ਿਆਦਾ ਨੂੰ ਉੱਥੋਂ ਰਿਲੀਜ਼ ਕਰ ਦਿੰਦੇ ਆ ਬਾਰਡਰ ਤੋਂ ਹੀ। 16 ਬੰਦੇ ਸਾਡੇ ਕੋਲ ਜਿਨ੍ਹਾਂ ਨੇ ਇਸੇ ਜੂਨ ਦੇ ਐਂਡ ਦੇ ਵਿੱਚ ਕ੍ਰਾਸ ਕੀਤਾ ਉਹ ਸਾਡੇ ਆਫਿਸ ਆਏ ਆ ਕੇਸ ਲਾਉਣ ਵਾਸਤੇ। ਸੋ ਆ ਰਹੇ ਨੇ, ਲੇਕਿਨ ਇਹਦਾ ਮਤਲਬ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਇਹ ਨਹੀਂ ਹੈ ਕਿ ਇਹ ਕੋਈ ਗਰੰਟੀ ਆ ਵੀ ਜਿਹੜਾ ਆਉਂਦਾ ਉਹਨੂੰ ਇੱਥੇ ਐਡਮਿਸ਼ਨ ਮਿਲ ਜੇਗੀ ਤੇ ਉੱਥੋਂ ਡਿਪੋਰਟ ਵੀ ਕੀਤਾ ਜਾ ਸਕਦਾ। ਜੇ ਬਿਆਨ ਫੇਲ ਹੋ ਜਾਣ ਤਾਂ ਉਹ 'ਚ ਡੈਪੂਟੇਸ਼ਨ ਵੀ ਹੈਗੀ ਆ। ਸੋ ਇਸ ਕਰਕੇ ਅਸੀਂ ਕਿਸੇ ਨੂੰ ਇਨਕਰੇਜ ਨਹੀਂ ਕਰਦੇ ਵੀ ਉਹ ਆਵੇ। ਅਸੀਂ ਹਮੇਸ਼ਾ ਕਹਿੰਦੇ ਹਾਂ ਲੀਗਲ ਤਰੀਕੇ ਨਾਲ ਆਓ, ਤੇ ਮੇਰਾ ਮੰਨਣਾ ਇਹ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਲੀਗਲ ਐਂਟਰੀ ਹੋਣੀ ਚਾਹੀਦੀ ਆ। ਬਲਕਿ ਠੀਕ ਹੈ ਇੱਥੇ ਬੈਕਲੌਗ ਵਗੈਰਾ ਕਾਫੀ ਹੈ, ਇਹਨਾਂ ਨੂੰ ਵੀ ਚਾਹੀਦਾ ਸਰਕਾਰ ਨੂੰ, ਜੋ ਕਿ ਅਸੀਂ ਲੀਡਰਾਂ ਨੂੰ ਮਿਲ ਕੇ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜਿਹੜਾ ਪੁਰਾਣਾ ਬੈਕਲੌਗ ਆ ਜਾਂ ਜਿਵੇਂ F4 ਕੈਟੇਗਰੀ F3 ਡਿਲੇ ਆ ਉਹਨੂੰ ਦੂਰ ਕੀਤਾ ਜਾਵੇ। ਪਰ ਜਿਹੜੇ ਬੰਦੇ ਆਉਣਾ ਹੀ ਚਾਹੁੰਦੇ ਆ ਜਾਂ ਆ ਰਹੇ ਆ, ਜਿਹਨਾਂ ਨੂੰ ਖਤਰਾ ਆਪਣੀਆਂ ਕੰਟਰੀਆਂ ਦੇ ਵਿੱਚ, ਉਹਨਾਂ ਵਾਸਤੇ ਲਾਅ ਨੇ, ਤੇ ਜਿਹੜੇ ਇੰਡੀਆ ਤੋਂ ਆ ਰਹੇ ਨੇ ਉਹਨਾਂ 'ਤੇ ਪਾਬੰਦੀਆਂ ਨਹੀਂ। ਪਰ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆ ਰਹੇ ਨੇ ਜਿਵੇਂ ਐਲ ਸੈਲਵਾਡੋਰ, ਹੰਡੋਰਸ ਹੋ ਗਿਆ, ਗੁਆਟੇਮਾਲਾ ਵਗੈਰਾ ਹੋ ਗਿਆ, ਉਹਨਾਂ 'ਤੇ ਪਾਬੰਦੀਆਂ ਜ਼ਰੂਰ ਨੇ, ਉਹਨਾਂ ਨੂੰ ਇੱਥੋਂ ਡਿਪੋਰਟ ਜਿਹੜਾ ਉਹ ਕੀਤਾ ਜਾਂਦਾ। ਤੇ ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ ਜਾਣਕਾਰੀ ਦੇ ਦਈਏ। 3 ਸਾਡੇ ਡਿਸੀਜਨ ਆਏ ਨੇ, ਉਹ ਤਿੰਨੇ ਕੇਸ ਜਿਹੜੇ ਆ ਵਾਹਿਗੁਰੂ ਦੀ ਕਿਰਪਾ ਨਾਲ ਪਾਸ ਹੋਏ ਆ, ਤੇ ਉਹਨਾਂ ਵਿੱਚ 2 ਕੇਸ ਕੈਲੀਫੋਰਨੀਆ, 1 ਨਿਊਯਾਰਕ, ਤੇ ਜਿਨ੍ਹਾਂ ਦੇ ਵੀ ਪਾਸ ਹੋਏ ਉਹਨਾਂ ਨੂੰ ਬਹੁਤ ਵਧਾਈ। ਤੇ ਅਸੀਂ ਉਹਨਾਂ ਦੀ ਅਪਡੇਟ ਜਿਹੜੀ ਆ ਉਹ ਪਾਉਂਦੇ ਰਹਿੰਦੇ ਆ।
ਆਪਣੇ ਫੇਸਬੁੱਕ ਜਿਹੜਾ ਪੇਜ ਤੇ ਵੀ ਪਾਉਂਦੇ ਆ, YouTube ਤੇ ਵੀ ਪਾਉਂਦੇ ਆ, TikTok ਤੇ ਵੀ ਪਾਉਂਦੇ ਆ ਤੇ Instagram ਤੇ ਵੀ ਪਾਉਂਦੇ ਆ। ਤੇ ਉਹ ਜਿਹੜਾ ਹੈਗਾ ਉਹ ਜਿਹੜੇ ਕੇਸ ਪਾਸ ਹੋਏ ਆ ਉਹ ਕਾਫੀ ਮਿਹਨਤ ਜਿਹੜੀ ਕੀਤੀ ਸਾਡੇ ਆਫਿਸ ਨੇ ਵੀ ਕੀਤੀ ਤੇ ਪਲੱਸ ਜਿਹੜੇ ਸਾਡੇ ਕਲਾਇੰਟਸ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਤੇ ਉਹ ਵਧੀਆ ਉਹਨਾਂ ਦਾ ਆਊਟਕਮ ਜਿਹੜਾ ਉਹ ਆਇਆ। ਸੋ ਇਹ ਸੀ ਇੰਪੋਰਟੈਂਟ ਖਬਰਾਂ। ਤੇ ਹੁਣ ਜਿਹੜਾ ਉਹ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਪਹਿਲਾ ਸਵਾਲ ਤਾਂ ਇਹ ਹੈਗਾ, ਉਹ ਇਹ ਕਹਿ ਰਹੇ ਆ ਜੀ ਕਿ F2B ਵੀਜ਼ੇ ਦੀਆਂ ਜਿਹੜੀਆਂ ਡੇਟਾਂ ਨੇ ਉਹ ਕੋਈ ਇਹਦੇ ਵਿੱਚ ਜ਼ਿਆਦਾ ਚੇਂਜ ਨਹੀਂ। ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਜੀ ਵੀਜ਼ਾ ਬੁਲੇਟਿਨ ਜਿਹੜਾ ਹੈਗਾ ਉਹ ਜੁਲਾਈ ਦਾ, ਇਹਦੇ ਵਿੱਚ ਕੋਈ ਖਾਸ ਚੇਂਜ ਨਹੀਂ ਆ। ਥੋੜੀ ਜਿਹੀ ਮੂਵਮੈਂਟ ਅੱਗੇ ਨਾਲੋਂ ਹੋਈ ਹੈ, ਜਿਹੜੀ ਮੇਰੀ ਜਾਣਕਾਰੀ ਹੈ ਇੰਟਰਵਿਊ ਅੱਗੇ ਨਾਲੋਂ ਹੋ ਰਹੀਆਂ ਨੇ। ਲੇਕਿਨ ਮੈਂ ਇੱਕ ਵਾਰੀ ਫੇਰ ਤੁਹਾਨੂੰ ਪੜ੍ਹ ਕੇ ਦੱਸਦਾ ਜਿਹੜਾ ਜੁਲਾਈ ਦਾ ਵੀਜ਼ਾ ਬੁਲੇਟਿਨ ਆ ਇਹਦੇ ਜਿਹੜੀ F4 ਕੈਟੇਗਰੀ ਆ ਭਰਾ ਭੈਣ ਵਾਲੀ US ਸਿਟੀਜ਼ਨ ਉੱਥੇ ਚੱਲ ਰਿਹਾ ਜੀ 15 ਸਤੰਬਰ 2005। F3 ਕੈਟੇਗਰੀ ਹੈਗੀ US ਸਿਟੀਜ਼ਨ ਦੇ ਮੈਰਿਡ ਬੱਚੇ ਤੇ ਉਹਨਾਂ ਦੇ ਬੱਚਿਆਂ ਦੀ 8 ਦਸੰਬਰ 2008। F2B ਹੈਗੀ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਜਿਹੜੇ ਬੱਚੇ ਹੈਗੇ ਅਨਮੈਰਿਡ, ਉੱਥੇ ਆ ਜੀ 22 ਸਤੰਬਰ 2015। F2A ਹੈਗੀ ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਅਨਮੈਰਿਡ ਬੱਚੇ ਤੇ 21 ਸਾਲ ਤੋਂ ਘੱਟ ਤੇ ਹਸਬੈਂਡ ਵਾਈਫ, ਉੱਥੇ 8 ਸਤੰਬਰ 2020। ਤੇ F1 ਕੈਟੇਗਰੀ ਆ US ਸਿਟੀਜ਼ਨ ਦੇ ਅਨਮੈਰਿਡ ਬੱਚੇ ਓਵਰ 21, ਉੱਥੇ ਆ ਜੀ 15 ਦਸੰਬਰ 2014। ਤੇ ਇਸ ਤੋਂ ਇਲਾਵਾ ਜਿਹੜੀਆਂ ਡੇਟਾਂ ਤੇ NVC ਪੇਪਰ ਮੰਗ ਰਹੀ ਆ ਉਹ F4 ਕੈਟੇਗਰੀ ਹੈਗੀ ਆ ਜੀ 22 ਫਰਵਰੀ 2006। F3 ਚ ਮੰਗ ਰਿਹਾ 8 ਫਰਵਰੀ 2010। F2B ਚ 1 ਜਨਵਰੀ 2017। F2A ਕਰੰਟ ਹੈ ਤੇ F1 ਚ 1 ਜਨਵਰੀ 2017। ਇਹ ਸਾਰੇ ਜਿਹੜੇ ਹੈਗੇ ਆ ਉਹ ਚੱਲ ਰਿਹਾ। ਪਰ ਮੈਂ ਐਗਰੀ ਕਰਦਾ ਇਸ ਗੱਲ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਹੋ ਰਿਹਾ। ਹੁਣ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਕਿ ਇਹ ਜਿਹੜੀ ਇਹ ਕਹਿ ਰਹੇ ਆ ਕਿ ਜੀ ਹੁਣ ਵਰਕ ਪਰਮਿਟ ਜਿਹੜਾ ਮਿਲਣਾ ਉਹਦੇ ਬਾਰੇ ਸਾਨੂੰ ਦੱਸੋ ਵੀ ਕੋਈ ਅਪਡੇਟ ਆਈ ਆ। ਵਰਕ ਪਰਮਿਟ ਬਾਰੇ ਕੋਈ ਇਹੋ ਜਿਹੀ ਇੰਪੋਰਟੈਂਟ ਖਬਰ ਦੀ ਅਪਡੇਟ ਨਹੀਂ ਆਈ। ਉਹ ਚਾਹੇ ਆ ਵੀ ਅੱਗੇ ਨਾਲੋਂ ਫਾਸਟ ਹੋ ਗਿਆ, ਅਸੀਂ ਦੱਸਦੇ ਰਹਿੰਦੇ ਹਾਂ ਸਮੇਂ-ਸਮੇਂ ਤੇ। ਲੇਕਿਨ ਜਦੋਂ ਕਿਸੇ ਦਾ 180 ਦਿਨ ਦਾ ਟਾਈਮ ਪੂਰਾ ਹੋ ਜਾਂਦਾ ਵਰਕ ਪਰਮਿਟ ਅਪਲਾਈ ਕਰ ਸਕਦਾ। ਤੇ ਕਈ ਕੇਸਾਂ ਦੇ ਵਿੱਚ ਤਾਂ ਮਹੀਨੇ ਡੇਢ ਮਹੀਨੇ 'ਚ ਹੀ ਆ ਜਾਂਦਾ, ਕਈਆਂ ਦੇ ਵਿੱਚ 3-3 ਮਹੀਨੇ ਵੀ ਲੱਗ ਰਹੇ ਆ। ਅਗਲਾ ਸਵਾਲ ਹੈ ਜੀ ਕਿ ਜੇ ਕਿਸੇ ਕੋਲ ਕੈਨੇਡੀਅਨ PR ਆ ਅਮਰੀਕਾ ਮੂਵ ਹੋ ਸਕਦਾ? ਨਹੀਂ, ਆਪਣੇ ਆਪ ਨਹੀਂ ਹੋ ਸਕਦਾ, ਇੱਥੇ ਘੁੰਮ ਫਿਰ ਕੇ ਜਾ ਸਕਦਾ। ਉਹਨੂੰ 6 ਮਹੀਨੇ ਦੀ ਐਂਟਰੀ ਮਿਲ ਜਾਂਦੀ ਹੈ। ਲੇਕਿਨ ਅਮਰੀਕਾ 'ਚ ਕੰਮ ਕਰਨ ਵਾਸਤੇ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਕਿ ਜੇ ਕਿਸੇ ਬੰਦੇ ਕੋਲ ਕੈਨੇਡੀਅਨ PR ਆ ਜਾਂ ਸਿਟੀਜ਼ਨਸ਼ਿਪ ਆ ਤਾਂ ਉਹ ਅਮਰੀਕਾ ਦੇ ਵਿੱਚ ਆ ਕੇ ਇੱਥੇ ਕੰਮ ਕਰ ਸਕੇ। ਅਗਲਾ ਸਵਾਲ ਹੈ ਜੀ ਕਿ ਭਰਾ ਭੈਣ ਦੀ ਕੈਟੇਗਰੀ 'ਚ ਕੇਸ ਲਾਇਆ F4 'ਚ, ਜੇ ਮਤਲਬ ਵਿਆਹ ਹੋ ਜਾਂਦਾ ਬੱਚਿਆਂ ਦਾ ਤਾਂ ਕੀ ਰਹੇਗਾ? ਜੇ ਵਿਆਹ ਹੋ ਜਾਏਗਾ ਬੱਚੇ 'ਚੋਂ ਨਿਕਲ ਜਾਣਗੇ ਜੀ, ਕਿਉਂਕਿ ਜਿਹੜੇ ਬੱਚੇ ਨੇ ਉਹ ਅਨਮੈਰਿਡ ਹੀ ਇਹਦੇ 'ਚ ਹੋਣੇ ਚਾਹੀਦੇ ਆ, ਉਮਰ ਵੀ 21 ਤੋਂ ਘੱਟ ਹੋਣੀ ਚਾਹੀਦੀ ਆ। ਪਰ ਕਈ ਹਾਲਾਤਾਂ ਦੇ ਵਿੱਚ ਜੇ 21 ਤੋਂ ਉੱਪਰ ਹੋ ਜਾਣ ਤੇ ਚੱਲਦੇ ਕੇਸ ਤਾਂ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ, ਪਰ ਉਹ ਹਰੇਕ ਨੂੰ ਕਵਰ ਨਹੀਂ ਕਰਦਾ, ਉਹ ਕਿਸੇ ਹਾਲਾਤ 'ਚ ਕਰਦਾ। ਪਰ ਜੇ ਮੈਰਿਡ ਹੋ ਗਏ ਤਾਂ ਉਹ 'ਚੋਂ ਉਹ ਨਿਕਲ ਜਾਣਗੇ। ਅਗਲਾ ਸਵਾਲ ਹੈ ਜੀ ਕਿ ਮੇਰੀ BIA 'ਚ ਅਪੀਲ ਆਈ ਸੀ ਫਰਵਰੀ 20 'ਚ, ਬਰੀਫ ਸਬਮਿਟ ਹੋ ਗਈ ਸੀ 22 'ਚ, ਅਜੇ ਕੋਈ ਰਿਜ਼ਲਟ ਨਹੀਂ ਆਇਆ, ਕਿੰਨਾ ਟਾਈਮ ਲੱਗੇਗਾ? ਇਹਨੂੰ ਟਾਈਮ ਲੱਗ ਸਕਦਾ ਜੀ, ਅੱਜਕੱਲ੍ਹ BIA ਕਾਫੀ ਸਲੋ ਆ। ਤੇ ਉਹ ਕਹਿੰਦੇ ਆ ਕਿ ਮੈਂ U ਵੀਜ਼ਾ ਅਪਲਾਈ ਕੀਤਾ ਸੀ, ਉਹਦਾ ਬੈਨੀਫਿਟ ਹੋਏਗਾ। ਹਾਂਜੀ, ਜੇ U ਵੀਜ਼ਾ ਅਪਰੂਵ ਹੋ ਜਾਂਦਾ ਤਾਂ ਇਹਦਾ ਬੈਨੀਫਿਟ ਤੁਹਾਨੂੰ ਪੱਕਾ ਹੋਏਗਾ, ਕਿਉਂਕਿ U ਵੀਜ਼ੇ ਤੇ ਜਿਹੜੀ ਹੈਗੀ ਡੈਪੂਟੇਸ਼ਨ ਵਗੈਰਾ ਉਹ ਟੁੱਟ ਸਕਦੀ ਆ ਜੇ ਅਪਰੂਵ ਹੋ ਜਾਵੇ ਤਾਂ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਗਲੀ ਜਿਹੜੀ ਇਲੈਕਸ਼ਨ ਹੈ ਅਮਰੀਕਾ ਦੇ ਵਿੱਚ ਇਹਦੇ ਕਿਹਦੇ ਚਾਂਸ ਹੈ ਜਿੱਤਣ ਦੇ? ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਜੀ, ਬਾਕੀ ਮੈਂ ਅਪਡੇਟ ਦਊਂਗਾ ਇਹਦੇ ਬਾਰੇ ਵੀ ਤੁਹਾਨੂੰ, ਕਿਉਂਕਿ ਅਜੇ ਤੱਕ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਉਹ ਹੈਗੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਤੇ ਉਧਰੋਂ ਫਰੰਟ ਰਨਰ ਅਜੇ ਟਰੰਪ ਹੀ ਆ। ਸੋ ਲੱਗ ਅਜੇ ਇਹੀ ਰਿਹਾ ਵੀ ਟਰੰਪ ਵਰਸਨ ਬਾਈਡਨ ਦਾ ਮੁਕਾਬਲਾ, ਪਰ ਅਜੇ ਪਤਾ ਨਹੀਂ, ਇਹ ਸਾਲ ਡੇਢ ਸਾਲ ਪਿਆ। ਕੋਲ ਜਾ ਕੇ ਮੈਂ ਦੱਸੂੰਗਾ ਵੀ ਨੀਤੀਆਂ ਕੀ ਨੇ, ਕੀ ਫਰਕ ਹੈ ਇਮੀਗ੍ਰੇਸ਼ਨ ਦੇ ਸੰਬੰਧੀ ਡੈਮੋਕ੍ਰੈਟਿਕ ਪਾਰਟੀ ਦਾ ਤੇ ਰਿਪਬਲਿਕਨ ਪਾਰਟੀ ਦਾ। ਫਿਰ ਫੈਸਲਾ ਤੁਸੀਂ ਕਰਨਾ ਕਿਹਨੂੰ ਵੋਟ ਪਾਉਣੀ ਆ। ਸੋ ਅਸੀਂ ਇਮੀਗ੍ਰੇਸ਼ਨ ਦੇ ਫੇਵਰ 'ਚ ਹਾਂ, ਇਸ ਕਰਕੇ ਅਸੀਂ ਹਮੇਸ਼ਾ ਉਹਦੀ ਸਪੋਰਟ ਕਰਦੇ ਹਾਂ, ਉਹਨੂੰ ਵੋਟ ਪਾਉਂਦੇ ਹਾਂ ਜਿਹੜਾ ਇਮੀਗ੍ਰੇਸ਼ਨ ਦੇ ਹੱਕ 'ਚ ਹੁੰਦਾ। ਜਿਹੜੀ ਪਾਰਟੀ ਇਮੀਗ੍ਰੇਸ਼ਨ ਦੇ ਜਾਂ ਇਮੀਗ੍ਰੈਂਟਾਂ ਦੇ ਖਿਲਾਫ ਹੈ ਉਹਦੀ ਅਸੀਂ ਸਪੋਰਟ ਨਹੀਂ ਕਰਦੇ। ਅਗਲੀ ਜਿਹੜੀ ਆ ਉਹ ਹੈਗਾ ਜੀ ਕਿ ਜੇ ਅਸੀਂ ਇੱਥੇ ਅਮਰੀਕਾ 'ਚ ਲੈਂਡ ਜਾਂ ਘਰ ਲੈ ਲਈਏ ਸਾਨੂੰ ਕੋਈ ਬੈਨੀਫਿਟ ਹੋਏਗਾ? ਕੋਈ ਇਹੋ ਜਿਹਾ ਬੈਨੀਫਿਟ ਨਹੀਂ ਲੀਗਲੀ ਹੋ ਸਕਦਾ ਜੀ। ਉਹਦੇ ਨਾਲ ਤੁਹਾਨੂੰ ਇਮੀਗ੍ਰੇਸ਼ਨ ਸਟੇਟਸ ਨਹੀਂ ਮਿਲਦਾ। ਕਿ EB-5 ਕੈਟੇਗਰੀ ਜ਼ਰੂਰ ਆ ਕਿ ਜੇ ਤੁਸੀਂ $9 ਲੱਖ ਜਿਹੜਾ ਇਨਵੈਸਟ ਕਰੋ ਜਿਹੜੇ ਅਮਰੀਕਾ ਦੇ ਅਪਰੂਵਡ ਪ੍ਰੋਗਰਾਮ ਨੇ, ਲੇਕਿਨ ਉਸ ਤੋਂ ਇਲਾਵਾ ਕੋਈ ਇਹੋ ਜਿਹਾ ਘਰ ਲੈਣ ਦਾ ਜਾਂ ਇੱਥੇ ਲੈਣ ਦਾ ਕੋਈ ਬੈਨੀਫਿਟ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਨਹੀਂ। ਪਰ ਜੇ ਤੁਹਾਡੇ ਕੋਲ ਇਮੀਗ੍ਰੇਸ਼ਨ ਸਟੇਟਸ ਹੈਗਾ, ਤੁਹਾਡੇ ਕੋਲ ਗ੍ਰੀਨ ਕਾਰਡ ਹੈ ਜਾਂ ਵਰਕ ਪਰਮਿਟ, ਤੁਸੀਂ ਘਰ ਲੈ ਸਕਦੇ ਹੋ। ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਘਰ ਲੈ ਕੇ ਜਾਂ ਬਿਜ਼ਨਸ ਲੈ ਕੇ ਇੱਥੇ ਇੱਦਾਂ ਦਾ ਕੋਈ ਗ੍ਰੀਨ ਕਾਰਡ ਮਿਲੇਗਾ। ਉਹਦੇ ਵਾਸਤੇ ਇੱਕ EB-5 ਪ੍ਰੋਗਰਾਮ ਹੈ, ਉਹਦੇ ਅੰਡਰ ਅਪਲਾਈ ਕਰਨਾ ਪੈਂਦਾ। ਅਗਲਾ ਸਵਾਲ ਹੈ ਜੀ ਕਿ I-130 ਸਪਾਊਸ ਦੇ ਮਤਲਬ ਕੇਸਾਂ 'ਚ ਬਹੁਤ ਜ਼ਿਆਦਾ ਬੈਕਲੌਗ ਹੈ, ਇਹਦੇ ਬਾਰੇ ਦੱਸੋ। ਇਹਦੇ ਬਾਰੇ ਅਸੀਂ ਹਮੇਸ਼ਾ ਲੀਡਰਾਂ ਨੂੰ ਮਿਲਦੇ ਹਾਂ ਜੀ। ਮੇਰੀ ਗੱਲਬਾਤ ਕਈ ਸੈਂਟਰਾਂ ਨਾਲ ਹੋਈ ਹੈ, ਸੈਨੇਟਰੀ ਬੌਬ ਮੈਨੇਂਡਸ ਨਾਲ ਹੋਈ ਹੈ, ਕੋਰੀ ਬੁੱਕਰ ਨਾਲ ਹੋਈ ਹੈ, ਪਿੱਛੇ ਨਿਊਯਾਰਕ ਦੇ ਸੈਂਟਰ ਨੇ ਗਿਲਬੈਂਡ, ਉਹਨਾਂ ਨਾਲ ਹੋਈ ਆ। ਤੇ ਉਹਦੇ ਬਾਰੇ ਅਸੀਂ ਕਰ ਰਹੇ ਹਾਂ ਹੁਣ ਆਹ ਮਹੀਨੇ ਦੇ ਵਿੱਚ ਫੇਰ ਜਿਹੜਾ ਇੱਕ ਵਾਰੀ ਗੱਲਬਾਤ ਕਰਾਂਗੇ, ਦੇਖ ਰਹੇ ਹਾਂ ਕਿ ਕੀ ਇਹਦੇ 'ਚ ਹੋ ਸਕਦਾ। ਪ੍ਰੋਬਲਮ ਇਹਦੇ 'ਚ ਇਹੀ ਆ ਕਿ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਹੈਗੀ ਹਾਊਸ ਦੇ ਵਿੱਚ
ਤੇ ਉਹਦੇ ਕਰਕੇ ਉੱਥੋਂ ਕੋਈ ਬਿੱਲ ਵਗੈਰਾ ਜਿਹੜਾ ਜਾਂ ਕੋਈ ਮੂਵਮੈਂਟ ਨਹੀਂ ਹੁੰਦੀ। ਅੱਗੇ ਵੀ ਜਿਹੜੇ ਹਾਊਸ ਨੇ ਪਹਿਲਾਂ ਬਿੱਲ ਪਾਸ ਕਰਕੇ ਭੇਜੇ ਜਦੋਂ ਡੈਮੋਕ੍ਰੈਟਿਕ ਕੰਟਰੋਲ ਸੀ, ਉਹ ਸੈਨੇਟ 'ਚ ਰਹਿ ਗਏ। ਸੋ ਦੋ ਪਾਰਟੀਆਂ ਦੀ ਆਪਸੀ ਇਮੀਗ੍ਰੇਸ਼ਨ ਤੇ ਸਹਿਮਤੀ ਨਾ ਹੋਣ ਕਰਕੇ, ਕਿਉਂਕਿ ਰਿਪਬਲਿਕਨ ਪਾਰਟੀ ਦਾ ਇਸ ਟਾਈਮ ਜਿਹੜਾ ਸਟੈਂਡ ਆ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਅਗੇਂਸਟ ਆ, ਤੇ ਉਹਦੇ ਕਰਕੇ ਇਹ ਕਿਸੇ ਪਾਸੇ ਗੱਲ ਜਿਹੜੀ ਆ ਉਹ ਨਹੀਂ ਲੱਗ ਰਹੀ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਇੱਥੇ ਜੇ ਕੋਈ ਸਟੂਡੈਂਟ ਵੀਜ਼ੇ ਤੇ ਆਵੇ ਤਾਂ ਪੋਲੀਟੀਕਲ ਅਸਾਈਲਮ ਲਾ ਸਕਦਾ? ਪੋਲੀਟੀਕਲ ਅਸਾਈਲਮ ਕੋਈ ਵੀ ਲਾ ਸਕਦਾ ਜੀ, ਉਹਦਾ ਸਟੂਡੈਂਟ ਵੀਜ਼ੇ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਉਹਦਾ ਤਾਂ ਮੇਨ ਸੰਬੰਧ ਜਿਹੜਾ ਹੁੰਦਾ ਅਸਾਈਲਮ ਦੇ ਕੇਸ ਦਾ, ਉਹ ਬੇਸਿਕਲੀ ਤੁਹਾਨੂੰ ਕੀ ਪ੍ਰੋਬਲਮ ਉੱਥੇ ਆਪਣੀ ਕੰਟਰੀ 'ਚ ਹੈਗੀ ਆ ਉਹਦੇ ਬਾਰੇ ਹੁੰਦਾ। ਸੋ ਜੇ ਉਹਦੇ ਬਾਰੇ ਕੋਈ ਤੁਹਾਨੂੰ ਹੈਗੀ ਆ ਪ੍ਰੋਬਲਮ, ਤੁਸੀਂ ਲਾ ਸਕਦੇ ਹੋ। ਪਰ ਉਹ 'ਚ ਇਹੀ ਸ਼ੋਅ ਕਰਨਾ ਪੈਂਦਾ ਮੇਨਲੀ ਕਿ ਜਿਹੜੇ ਅਸਾਈਲਮ ਦੇ 5 ਗਰਾਊਂਡ 'ਚ ਕੇਸ ਹੋਵੇ, ਤੁਹਾਨੂੰ ਪਾਸਟ ਪਰਸੀਕਿਊਸ਼ਨ ਹੋਈ ਹੋਵੇ, ਫਿਊਚਰ ਪਰਸੀਕਿਊਸ਼ਨ ਦਾ ਡਰ ਹੋਵੇ, ਤਾਂ ਉਹਦੇ ਨਾਲ ਤੁਸੀਂ ਆਪਣੀ ਕੰਟਰੀ ਨਾ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਕੀ ਲੋਕੀ ਹੁਣ ਬਾਰਡਰ ਕ੍ਰਾਸ ਕਰਕੇ ਅਮਰੀਕਾ ਆ ਰਹੇ? ਮੈਂ ਦੱਸ ਕੇ ਹਟਿਆ ਜੀ ਕਿ ਜਿਹੜੇ ਇੰਡੀਆ ਤੋਂ ਆਉਂਦੇ ਉਹਨਾਂ ਨੂੰ ਐਂਟਰੀ ਮਿਲ ਰਹੀ ਆ, ਤੇ ਲੇਕਿਨ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਉਹਨਾਂ ਨੂੰ ਐਂਟਰੀ ਨਹੀਂ ਮਿਲ ਰਹੀ। ਅਗਲਾ ਸਵਾਲ ਹੈ ਜੀ ਕਿ ਜੁਲਾਈ 22 ਨੂੰ ਅਸੀਂ USA ਆ ਗਏ ਸੀ, ਗ੍ਰੀਨ ਕਾਰਡ ਆਨਲਾਈਨ ਅਪਲਾਈ ਕੀਤਾ, ਫੀ ਵੀ ਪੇ ਕਰਤੀ। ਇਹਨੂੰ ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਲੱਗੂਗਾ ਜੀ, ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ, 3 ਤੋਂ 6 ਮਹੀਨੇ ਵੀ ਲੱਗ ਸਕਦੇ ਆ, ਬਾਕੀ ਤੁਸੀਂ ਉੱਥੇ ਪਤਾ ਉਹਨਾਂ ਤੋਂ ਕਰੋ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਸਾਡੀ ਪ੍ਰਾਇਓਰਟੀ ਡੇਟ ਹੈ ਜਨਵਰੀ 9, 2009 ਹੈ, ਤੇ ਨੋਟਿਸ ਡੇਟ 10 ਹੈ, ਕਿੰਨਾ ਟਾਈਮ ਲੱਗੂਗਾ? ਇਹ ਤਾਂ 2005 ਚੱਲ ਰਿਹਾ ਜੀ, ਤੇ ਤੁਹਾਨੂੰ ਅਜੇ 4-5 ਸਾਲ ਆਰਾਮ ਨਾਲ ਹੋਰ ਲੱਗ ਸਕਦੇ ਆ ਜੇ ਫਾਸਟ ਨਾ ਹੋਇਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰਾ 2011 ਦੇ ਵਿੱਚ ਜਿਹੜਾ ਹੈਗਾ ਵਿਆਹ ਹੋਇਆ ਸੀ, ਮੇਰੀ ਵਾਈਫ ਦੀ ਡੈਥ 2017 'ਚ ਹੋ ਗਈ ਆ, ਤੇ ਮੇਰੀ ਹੁਣ ਮਦਰ 32 ਸਾਲ ਹੈ, ਮੇਰਾ ਗ੍ਰੀਨ ਕਾਰਡ ਹੋਲਡਰ ਮੇਰੀ ਮਦਰ ਨੇ ਅਪਲਾਈ ਕੀਤਾ ਸੀ, ਤੇ ਕੀ ਉਹ ਮੈਨੂੰ ਕਰ ਸਕਦੇ? ਹਾਂਜੀ, ਜੇ ਤੁਸੀਂ ਹੁਣ ਸਿੰਗਲ ਹੈਗੇ ਹੋ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਸਿੰਗਲ ਦਾ ਜ਼ਰੂਰ ਜਿਹੜਾ ਹੈਗਾ ਉਹ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਤੁਸੀਂ ਕਰ ਸਕਦੇ ਹੋ, ਉਹ 'ਚ ਕੋਈ ਚੱਕਰ ਨਹੀਂ ਹੈਗਾ। ਤੇ ਜਿਹੜਾ ਸਿੰਗਲ ਬੱਚਾ ਹੈ, ਚਾਹੇ ਡਿਵੋਰਸ ਹੋਇਆ, ਚਾਹੇ ਡੈਥ ਹੋਈ ਹੈ, ਉਹ ਸਿੰਗਲ ਗਿਣਿਆ ਜਾਂਦਾ, ਦੁਬਾਰਾ ਪਟੀਸ਼ਨ ਕਰਨੀ ਪਏਗੀ, ਉਹ ਜ਼ਰੂਰ ਕਰ ਸਕਦੇ ਆ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆ ਸਕੇ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰੀ ਫੇਰ ਮਿਲਾਂਗੇ ਇਸੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।